ਮੁਹੱਲਾ ਕਲੀਨਿਕ ਤੇ ਕੇਂਦਰ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਵੈਲਨੈਸ ਸੈਂਟਰ ਦਾ ਫੰਡ ਬੰਦ ਕਰਨ ਦੀ ਚੇਤਾਵਨੀ ਹੈ ਤੇ ਕੇਂਦਰ ਦੀ ਚੇਤਾਵਨੀ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੇਂਦਰ ਨੂੰ ਜਵਾਬ ਦਿੱਤਾ ਗਿਆ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕੇਂਦਰ ਦਾ ਰਵੱਈਆ ਤਾਨਾਸ਼ਾਹੀ ਹੈ, ਜਾਣਬੁੱਝ ਕੇ ਪੰਜਾਬ ਦਾ ਫੰਡ ਰੋਕਿਆ ਜਾ ਰਿਹਾ ਹੈ। ਕੇਂਦਰ ਨੇ ਹਾਲੇ ਤੱਕ ਪੂਰਾ ਫੰਡ ਨਹੀਂ ਦਿੱਤਾ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕੇਂਦਰ ਤੇ ਇਹ ਵੱਡਾ ਹਮਲਾ ਬੋਲਿਆ, ਜਿੱਥੇ ਕਿ ਤਾਨਾਸ਼ਾਹੀ ਹੋਣ ਦਾ ਇਲਜ਼ਾਮ ਲਗਾਇਆ। ਉੱਥੇ ਕਹਿਣਾ ਹੈ ਕਿ ਕੇਂਦਰ ਨੇ ਹਾਲੇ ਤੱਕ ਪੂਰਾ ਫੰਡ ਨਹੀਂ ਦਿੱਤਾ। ਦਰਅਸਲ ਪਿਛਲੇ ਦਿਨੀ ਵੈਲਨੈਸ ਸੈਂਟਰ ਦਾ ਫੰਡ ਬੰਦ ਕਰਨ ਦੀ ਕੇਂਦਰ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਤੇ ਕੇਂਦਰ ਦੀ ਚੇਤਾਵਨੀ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਦਾ ਰਵੱਈਆ ਤਾਨਾਸ਼ਾਹੀ ਹੈ, ਜਾਣਬੁੱਝ ਕੇ ਪੰਜਾਬ ਦਾ ਫੰਡ ਰੋਕਿਆ ਜਾ ਰਿਹਾ ਹੈ। ਕੇਂਦਰ ਨੇ ਹਾਲੇ ਤੱਕ ਪੂਰਾ ਫੰਡ ਨਹੀਂ ਦਿੱਤਾ। ਇਹ ਵੀ ਇਲਜ਼ਾਮ ਸਿਹਤ ਮੰਤਰੀ ਵੱਲੋਂ ਕੇਂਦਰ ਤੇ ਲਗਾਏ ਗਏ ਨੇ। ਇਸ ਵੇਲੇ ਨਿਊਜ਼ 18 ਤੇ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ। ਡਾਕਟਰ ਸਾਹਿਬ, ਕੇਂਦਰ ਸਰਕਾਰ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਕਿ ਕੇਂਦਰ ਦੀ ਸਕੀਮ ਹੈ ਔਰ ਪੰਜਾਬ ਸਰਕਾਰ ਉਹਨਾਂ ਫੰਡਾਂ ਦਾ ਇਸਤੇਮਾਲ ਕਰ ਰਹੀ ਹੈ ਔਰ ਆਪਣੀ ਬ੍ਰਾਂਡਿੰਗ ਜਿਹੜੀ ਉਹ ਮੁਹੱਲਾ ਕਲੀਨਿਕ ਦੇ ਜ਼ਰੀਏ ਕੀਤੀ ਜਾ ਰਹੀ ਹੈ। ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ, ਉਹਨਾਂ ਨੇ ਸਿਹਤ ਦੇ ਖੇਤਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕੀਤੇ ਆ। ਮੈਨੂੰ ਬੜੇ ਅਫਸੋਸ ਦੀ ਗੱਲ ਹੈ, ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਹੈ, ਉਹਨਾਂ ਨੇ ਬੜੇ ਅਨਾਪ-ਸ਼ਾਪ ਜਿਹੜੇ ਇਲਜ਼ਾਮ ਲਗਾਏ ਆ ਪੰਜਾਬ ਦੇ ਉੱਤੇ। ਜੇ ਮੈਂ ਫੰਡਿੰਗ ਦੀ ਗੱਲ ਕਰਾਂ, ਉਹਨਾਂ ਨੇ ਜਿਹੜਾ ਟੋਟਲ ਸਾਡਾ ਐਨਐਚਐਮ ਦਾ ਜਿਹੜਾ ਸੀਗਾ ਉਹ 1114 ਕਰੋੜ ਆ, ਜਿਹਦੇ ਚੋਂ 60% ਕੇਂਦਰ ਨੇ ਦੇਣਾ ਔਰ 40% ਸਰਕਾਰ ਨੇ ਦੇਣਾ। ਉਹਨਾਂ ਨੇ 668 ਕਰੋੜ ਦੇਣੇ ਸੀ ਤੇ 438 ਕਰੋੜ ਦਿੱਤੇ ਅਜੇ ਤੱਕ। ਪੰਜਾਬ ਨੇ 445 ਕਰੋੜ ਦੇਣੇ ਸੀ ਤੇ 618 ਕਰੋੜ ਦੇ ਚੁੱਕਿਆ। ਮਤਲਬ ਅਸੀਂ 60% ਦੇਈ ਬੈਠੇ ਆ, ਉਹ 40% ਦੇ ਕੇ ਰੌਲਾ ਪਾਈ ਜਾਂਦੇ ਆ। ਇਸ ਤੋਂ ਸਿਵਾਏ ਜਿਹੜੀ ਸਾਰੀ ਜਿੰਨੇ ਵੀ ਸਰਕਾਰੀ, ਚਾਹੇ ਉਹ ਪ੍ਰਾਇਮਰੀ ਹੈਲਥ ਸੈਂਟਰ ਹੈ, ਸਿਟੀ ਡਿਸਪੈਂਸਰੀ ਹੈ, ਜਿੰਨੀਆਂ ਵੀ ਸਰਕਾਰੀ ਜਿਹੜੇ ਹੈਗੇ ਆ ਪ੍ਰਾਇਮਰੀ ਹੈਲਥ ਕੇਅਰ ਸਾਡੀਆਂ ਇੰਸਟੀਟਿਊਸ਼ਨ ਹੈਗੀਆਂ, ਉਹ ਸਾਰਿਆਂ ਦੀ ਜਿਹੜੀ ਜ਼ਮੀਨ ਹੈ ਉਹ ਸਰਕਾਰੀ ਆ। ਪੰਜਾਬ ਸਰਕਾਰ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਵੱਧ ਕੇ 75% ਹੋ ਜਾਂਦੀ ਹੈ ਤੇ ਕੇਂਦਰ ਸਰਕਾਰ 25% ਵੀ ਨਹੀਂ ਦਿੱਤੀ। ਔਰ ਹਰ ਇੱਕ ਸਰਕਾਰ ਦੀ ਇਹ ਜਿਹੜਾ ਸਿਹਤ ਹੈ ਇੱਕ ਫੰਡਾਮੈਂਟਲ ਰਾਈਟ ਹੈ। ਆਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਜਿਹੜੇ ਉੱਥੇ ਦੇ ਨਾਗਰਿਕ ਆ ਉਹਨਾਂ ਨੂੰ ਸਾਰੀਆਂ ਸਿਹਤ ਸਹੂਲਤਾਂ, ਮਿਆਰੀ ਸਿਹਤ ਸਹੂਲਤਾਂ ਫ੍ਰੀ ਪ੍ਰੋਵਾਈਡ ਕਰੇ ਔਰ ਪੰਜਾਬ ਸਰਕਾਰ ਇਹ ਕੰਮ ਕਰ ਰਹੀ ਹੈ। ਲੇਕਿਨ ਅਜਿਹਾ ਕੀ ਹੋਇਆ ਕਿ ਪਹਿਲਾਂ ਵੋਟ ਦਿੱਤਾ ਗਿਆ, ਉਸ ਤੋਂ ਬਾਅਦ ਹੁਣ ਸਿਹਤ ਮੰਤਰੀ ਫੰਡ ਰੋਕਣ ਦੀ ਚੇਤਾਵਨੀ ਦੇ ਰਹੇ ਨੇ? ਹਾਂ, ਮੈਨੂੰ ਵੀ ਇਹ ਬੜੇ ਇਹ ਗੱਲ ਮੈਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਹੈ ਵੀ ਹੁਣ ਇਹੋ ਜਿਹਾ ਕੀ ਹੋ ਗਿਆ। ਹੁਣ ਇਹੋ ਜਿਹਾ ਕੀ ਹੋ ਗਿਆ ਕਿ ਜਿਹੜੀਆਂ ਲੋਕਾਂ ਨੂੰ ਬਹੁਤ ਵਧੀਆ ਸਿਹਤ ਸਹੂਲਤਾਂ ਮਿਲ ਰਹੀਆਂ ਹੈਗੀਆਂ, ਜਿਵੇਂ ਸਾਡੇ ਜਿਹੜੇ ਆਮ ਆਦਮੀ ਕਲੀਨਿਕ ਬਣੇ ਆ, ਉਹਨਾਂ ਨੇ ਆਲਰੇਡੀ ਅਸੀਂ ਅਗਸਤ ਦੇ ਵਿੱਚ ਸ਼ੁਰੂ ਕੀਤਾ ਸੀਗਾ, ਉੱਥੇ 15 ਲੱਖ ਤੋਂ ਵੱਧ ਮਰੀਜ਼ ਦੇਖ ਚੁੱਕੇ ਆ। ਜਦੋਂ ਪਹਿਲਾਂ ਸਾਡੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸੀਗੇ ਉਹ ਡਿਲੈਪੀਡੇਟਡ ਕੰਡੀਸ਼ਨ ਦੇ ਵਿੱਚ ਸੀਗੇ। 71 ਦੇ ਵਿੱਚ ਤਾਂ ਬਿਲਡਿੰਗਸ ਜਾਂ ਅਨਸੇਫ ਸੀਗੀਆਂ ਜਾਂ ਉਹਨਾਂ ਦੇ ਵਿੱਚ ਕੰਮ ਨਹੀਂ ਕੀਤਾ ਜਾ ਸਕਦਾ ਸੀਗਾ, ਉਹਨਾਂ ਦੇ ਮੇਜਰ ਰਿਪੇਅਰਸ ਦੀ ਲੋੜ ਸੀ। ਨਾ ਕੋਈ ਉੱਥੇ ਢੰਗ ਦੇ ਟਾਇਲਟ ਸੀਗੇ, ਨਾ ਕੋਈ ਦਵਾਈ ਮਿਲਦੀ ਸੀ ਔਰ ਡਾਕਟਰ ਵੀ ਸਾਰਿਆਂ ਦੇ ਵਿੱਚ ਨਹੀਂ ਹੁੰਦੇ ਸੀ। ਉਦੋਂ ਉਹਨਾਂ ਨੇ ਫੰਡ ਰੋਕਣ ਦੀ ਗੱਲ ਨਹੀਂ ਕੀਤੀ। ਹੁਣ ਜਦੋਂ ਸਿਹਤ ਸਹੂਲਤਾਂ ਏ ਕਲਾਸ ਹੋ ਗਈਆਂ, ਜਦੋਂ ਲੋਕਾਂ ਨੂੰ, ਜਿਵੇਂ ਤੁਸੀਂ ਜਾਣਦੇ ਹੋ, ਉੱਥੇ ਡਾਕਟਰ ਵੀ ਹੁੰਦਾ, ਸਾਰੇ ਟੈਸਟ ਉੱਥੇ ਹੁੰਦੇ ਆ, 40 ਤੋਂ ਵੱਧ ਟੈਸਟ ਉੱਥੇ ਹੁੰਦੇ ਆ, 80 ਤੋਂ ਵੱਧ ਦਵਾਈਆਂ ਉੱਥੇ ਮਿਲਦੀਆਂ, ਸਾਰੇ ਟੈਸਟਿੰਗ ਵੀ ਹੋ ਰਹੀ ਆ, ਡਾਕਟਰ ਵੀ ਹੈਗਾ ਔਰ ਦਵਾਈਆਂ ਵੀ ਮਿਲ ਰਹੀਆਂ। ਜਦੋਂ ਫਸਟ ਕਲਾਸ ਬਾਥਰੂਮ ਵੀ ਹੈ, ਸਾਰਾ ਡਿਜੀਟਲੀ ਆਪਰੇਟਡ ਹੈ, ਜੋ ਡਿਜੀਟਲ ਇੰਡੀਆ ਦੀ ਗੱਲ ਵੀ ਕਰਦੇ ਆ, IT ਇਨੇਬਲਡ ਹੈ, ਰੀਅਲ ਟਾਈਮ ਉਹਦਾ ਐਨਾਲਿਸਿਸ ਹੋ ਰਿਹਾ। ਜਦੋਂ ਸਰਵਿਸਿਜ਼ ਏ ਕਲਾਸ ਹੋ ਗਈਆਂ ਤਾਂ ਇਹ ਫੰਡ ਬੰਦ ਕਰਨ ਦੀ ਗੱਲ ਕਰਦੇ ਆ। ਪਹਿਲਾਂ ਜਦੋਂ ਸਰਵਿਸਿਜ਼ ਥਰਡ ਕਲਾਸ ਸੀਗੀਆਂ ਉਦੋਂ ਇਹਨਾਂ ਨੇ ਗੱਲ ਨਹੀਂ ਕੀਤੀ। ਲੇਕਿਨ ਤੁਸੀਂ ਹੁਣ ਕੇਂਦਰ ਸਰਕਾਰ ਨਾਲ ਗੱਲਬਾਤ ਕਰੋਗੇ? ਕਿਉਂਕਿ ਕੇਂਦਰ ਸਰਕਾਰ ਤਾਂ ਸਿੱਧੇ ਕਹਿ ਰਹੀ ਕਿ ਅਸੀਂ ਫੰਡ ਰੋਕਣ ਦੀ ਕਿਤੇ ਨਾ ਕਿਤੇ ਗੱਲ ਕਰ ਰਹੇ, ਕਹਿੰਦੇ ਕਿ ਕੇਂਦਰ ਸਰਕਾਰ ਦੀ ਯੋਜਨਾ ਹੈ, ਆਪਣੀ ਬ੍ਰਾਂਡਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ। ਬਿਲਕੁਲ ਠੀਕ ਹੈ ਜੀ, ਗੱਲਬਾਤ ਹੀ ਹੋਣੀ ਚਾਹੀਦੀ ਸੀ। ਸਗੋਂ ਜਿਹੜੇ ਸਾਡੇ ਯੂਨੀਅਨ ਹੈਲਥ ਮਿਨਿਸਟਰ ਉਹਨਾਂ ਨੂੰ ਚਾਹੀਦਾ ਸੀਗਾ ਕਿ ਜਿੰਨੇ ਵੀ ਰਾਜਾਂ ਦੇ ਜਿਹੜੇ ਹੈਲਥ ਮਿਨਿਸਟਰ ਉਹਨਾਂ ਨੂੰ ਬੁਲਾਣ, ਉਹਨਾਂ ਨਾਲ ਗੱਲਬਾਤ ਕਰਨ ਵੀ ਕਿੱਦਾਂ ਸੁਚਾਰੂ ਢੰਗ ਦੇ ਨਾਲ ਆਪਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ। ਗੱਲਬਾਤ ਹੀ ਹੋਣੀ ਚਾਹੀਦੀ ਸੀ। ਮੈਂ ਹੁਣ ਵੀ ਤੁਹਾਡੇ ਮੀਡੀਆ ਦੇ ਥਰੂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਰੇ ਹੈਲਥ ਮਿਨਿਸਟਰ ਨੂੰ ਬੁਲਾਓ, ਅਸੀਂ ਉਹਨਾਂ ਨੂੰ ਦੱਸਾਂਗੇ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਵੀ ਜਦੋਂ ਮੇਰੀ ਉਹ ਗੱਲ ਸੁਣ ਲੈਣਗੇ, ਉਹ ਜਿਹੜਾ ਮਾਨ ਸਾਹਿਬ ਦਾ ਪੰਜਾਬ ਦਾ ਮਾਡਲ ਹੈ ਉਹ ਪੂਰੇ ਦੇਸ਼ ਵਿੱਚ ਲਾਗੂ ਹੋਣ ਲਈ ਕਰਨ ਲਈ ਮਜਬੂਰ ਹੋ ਜਾਣਗੇ। ਲੇਕਿਨ ਜਿਹੜਾ ਉਹ ਜ਼ਿਕਰ ਕਰ ਰਹੇ ਕਿ ਕੇਂਦਰ ਸਰਕਾਰ ਦੀ ਸਕੀਮ ਹੈ, ਪੰਜਾਬ ਸਰਕਾਰ ਆਪਣੀ ਇਮੇਜ ਜਿਹੜੀ ਉਹ ਚਮਕਾ ਰਹੇ ਨੇ, ਤੁਸੀਂ ਮੈਨੂੰ ਦੱਸੋ ਵੀ ਜਿਹੜੀ ਕੇਂਦਰ ਸਰਕਾਰ ਹੈ ਤੇ ਪੰਜਾਬ ਸਰਕਾਰ ਹੈ, ਇਹ ਕੋਈ ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਇੱਕ ਹੀ ਦੇਸ਼ ਦੇ ਵਿੱਚ ਹੈ? ਇੱਕ ਜਿਹੜੀ ਯੂਨੀਅਨ ਜਿਹੜੀ ਗਵਰਨਮੈਂਟ ਹੈ ਸਾਡੀ, ਉਹਨਾਂ ਨੇ ਜਿਹੜੀ ਸਟੇਟ ਗਵਰਨਮੈਂਟ ਹੈ, ਔਰ ਦੂਜੀ ਗੱਲ ਹੈ ਇੱਕ ਫੰਡਾਮੈਂਟਲ ਕਨਸਟੀਟਿਊਸ਼ਨ ਸੰਵਿਧਾਨ ਦੀ ਗੱਲ ਹੈ। ਇਹ ਕੀ ਜਿਹੜਾ ਹੈਲਥ ਦਾ ਮੁੱਦਾ ਹੈਗਾ ਸਟੇਟ ਸਬਜੈਕਟ ਹੈ ਕਿ ਨਹੀਂ ਹੈ? ਜੇ ਇੱਕ ਸਟੇਟ ਸਬਜੈਕਟ ਹੈ, ਤੁਸੀਂ ਉਹਨਾਂ ਨੂੰ ਮਿਊਨਿਸਪੈਲਿਟੀ ਦੀ ਤਰ੍ਹਾਂ ਵੀ ਨਹੀਂ ਟ੍ਰੀਟ ਨਹੀਂ ਕਰ ਰਹੇ ਹੋ, ਕਿਸ ਤਰ੍ਹਾਂ ਟ੍ਰੀਟ ਕਰ ਰਹੇ ਹੋ ਤੁਸੀਂ ਉਹਨਾਂ ਨੂੰ? ਆਪਾਂ ਗੱਲ ਕਰਦੇ ਹਾਂ ਕੋਆਪਰੇਟਿਵ ਫੈਡਰਲਿਜ਼ਮ ਦੀ। ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕਰੋ ਔਰ ਉਹਦੇ ਨਾਲ ਕੋਆਪਰੇਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਬੁਲਾਓਗੇ, ਗੱਲਬਾਤ ਕਰੋਗੇ, ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਨਹੀਂ ਲਗਾਓਗੇ ਸਟੇਟ ਗਵਰਨਮੈਂਟਸ ਦੇ ਉੱਤੇ
ਇਹ ਵੀ ਤੁਹਾਡੀ ਆਪਣੀਆਂ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਵੋਟਾਂ ਪਾ ਕੇ ਉਹਨਾਂ ਨੇ ਸਾਨੂੰ ਚੁਣਿਆ ਲੋਕ ਉਹੀ ਆ ਸਾਡੇ ਲੋਕਾਂ ਨੂੰ ਸੁਵਿਧਾ ਦੇਣੀ ਆ ਪਹਿਲਾਂ ਕੀ ਸੀਗਾ ਮੁਹੱਲਾ ਕਲੀਨਿਕ ਤੋਂ ਪਹਿਲਾਂ ਜਿਹੜੇ ਕੇਂਦਰ ਸਰਕਾਰ ਦੇ ਫੰਡ ਆਉਂਦੇ ਸੀ ਉਹ ਕਿੱਥੇ ਕਿੱਦਾਂ ਇਸਤੇਮਾਲ ਹੁੰਦੇ ਸੀ ਔਰ ਹੁਣ ਜਿਹੜਾ ਮੁਹੱਲਾ ਕਲੀਨਿਕ ਦੇ ਵਿੱਚ ਹੋ ਰਹੇ ਨੇ? ਇਹ ਬਹੁਤ ਅੱਛਾ ਸਵਾਲ ਆ ਜੀ ਤੁਹਾਡਾ। ਪਹਿਲਾਂ ਜਦੋਂ ਇਸ ਤੋਂ ਪਹਿਲਾਂ ਕਾਂਗਰਸ ਦੀ ਗਵਰਨਮੈਂਟ ਸੀ ਉਦੋਂ ਵੀ ਜਿਹੜੀ ਕੇਂਦਰ ਦੀ ਸਕੀਮ ਸੀ ਉਹ ਸੀ ਆਯੁਸ਼ਮਾਨ, ਤੁਹਾਨੂੰ ਪਤਾ ਹੋਣਾ ਆਯੁਸ਼ਮਾਨ ਭਾਰਤ, ਜਿਹੜੀ ਕਿ ਇੰਸ਼ੋਰੈਂਸ ਬੇਸਡ ਸਕੀਮ ਸੀ। ਉਹਨੂੰ ਵੀ ਪੰਜਾਬ ਗਵਰਨਮੈਂਟ ਨੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਨਾਮ ਦਿੱਤਾ, ਤੁਹਾਨੂੰ ਯਾਦ ਹੈ ਜੀ? ਉਦੋਂ ਉਹਨਾਂ ਨੇ ਜਦੋਂ ਉਹਨਾਂ ਨੇ ਬ੍ਰਾਂਡਿੰਗ ਕੀਤੀ ਉਦੋਂ ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਕੈਪਟਨ ਸਾਹਿਬ ਤਾਂ ਇਹਨਾਂ ਦੇ ਬੰਦੇ ਸੀ, ਹੁਣ ਵੀ ਇਹਨਾਂ ਦੇ ਨਾਲ ਹੀ ਆ ਉਹ। ਇਹਨਾਂ ਨੂੰ ਤਕਲੀਫ ਸਿਰਫ ਤੇ ਸਿਰਫ ਇਹਨਾਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਆ, ਇਹਨਾਂ ਨੂੰ ਅਰਵਿੰਦ ਕੇਜਰੀਵਾਲ ਮਾਡਲ ਤੋਂ ਆ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ।